Hello, Saranu. Thank you for coming back to another episode of Hello Hello Economic Podcast ਦਾ ਗੁਰਜੀਤ ਵਰਕ ਥੈਂਕਸ ਫॉर ਕਮਿੰਗ ਬੈਕ। ਥੈਂਕ ਯੂ ਬ੍ਰਦਰ ਇਨਵਾਈਟ ਕਰਨ ਲਈ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਫੇਰ ਆਏ ਆ ਮਾਰਕੀਟ ਅਪਡੇਟ ਦੇਣ ਲਈ ਪੰਜਾਬੀ ਦੇ ਵਿੱਚ। ਤੇ ਪਿਛਲੇ ਮੰਥ ਜਿਹੜੀ ਆਪਾਂ ਕੀਤੀ ਸੀ ਮੈਨੂੰ ਵਧੀਆ ਫੀਡਬੈਕ ਮਿਲੀ ਤਾਂ ਕਾਫੀ ਲੋਕਾਂ ਨੇ ਐਪਰੀਸ਼ੀਏਟ ਕੀਤਾ। ਸੋ ਆਈ ਥਿੰਕ ਇਟਸ ਗੋਇੰ ਟੂ ਬੀ ਅ ਕੰਟੀਨਿਊਸ ਥਿੰਗ ਨਾਓ। ਤੇ ਹਰ ਮਹੀਨੇ ਕਰਨ ਨੂੰ ਬਹੁਤ ਚੀਜ਼ਾਂ ਛੇਤੀ ਬਦਲਣ ਰੀਅਲ ਏਸਟੇਟ ਦੇ ਵਿੱਚ ਬਹੁਤ ਛੇਤੀ ਹਰ ਵੀਕ ਦਾ ਆਪਣਾ ਟਾਈਮ ਹੈ ਨਹੀਂ ਅਪਡੇਟ ਕਰਨ ਨੂੰ ਹਰ ਮਹੀਨੇ ਆਪਣਾ ਸਕੇਜੂਲ ਠੀਕ ਹੋਊਗਾ। ਯਾ ਸੋ ਆਈ ਥਿੰਕ ਆਈ ਵੁੱਡ ਲਵ ਦੈਟ। ਬਹੁਤ ਚੀਜ਼ਾਂ ਬਦਲੀਆਂ ਆਪਣੇ ਲਾਸਟ ਟਾਈਮ ਦੇ ਵਿੱਚ। ਪਹਿਲਾਂ ਆਪਾਂ ਸੋਚਦੇ ਸੀ ਵੀ ਕਿੰਨਾ ਵਿਆਜ ਵਧੂਗਾ ਕਿ ਵਧਾਓਗੇ ਤੇ ਉਹਨਾਂ ਨੇ 1% ਚੱਕਦਾ ਕਿਉਂਕਿ ਇਨਫਲੇਸ਼ਨ ਵਧੀ ਜਾਂਦੀ ਹੈ। ਕਿਉਂਕਿ ਇਨਫਲੇਸ਼ਨ ਪਹਿਲਾਂ ਕੀ ਸੀਗਾ ਜੇ ਆਪਾਂ ਪਿਛਲੇ ਸਾਲ ਦੇਖੀਏ ਉਦੋਂ ਇਹਨਾਂ ਦਿਨਾਂ ਦੇ ਵਿੱਚ ਮੇਰੇ ਆਈ ਥਿੰਕ 7 to 8% ਸੀਗੀ। ਫਿਰ ਉਹ ਡ੍ਰੌਪ ਹੋ ਗਈ ਜਨਵਰੀ ਤੋਂ ਬਾਅਦ ਜਦੋਂ ਇਹਨਾਂ ਨੇ ਲਾਸਟ ਇੰਟਰਸਟ ਰੇਟ ਹਾਈਕ ਕੀਤਾ ਸੀਗਾ ਜੂਨ ਵਾਲੇ ਤੋਂ ਪਹਿਲਾਂ, ਉਦੋਂ 2 ਵਾਰ ਨਹੀਂ ਕੀਤਾ ਬਿਕਾਜ਼ ਇਨਫਲੇਸ਼ਨ ਰੇਟ ਥੱਲੇ ਆ ਰਹੀ ਸੀ। ਹੁਣ ਉਹ 4% ਤੋਂ ਫਿਰ 4.4 ਤੇ ਚਲਾ ਗਿਆ ਤਾਂ ਫਿਰ ਉਹਨਾਂ ਨੇ ਚੱਕਤਾ। ਹੁਣ ਇੰਟਰਸਟਿੰਗ ਹੋਊਗਾ ਜੁਲਾਈ ਦੇ ਵਿੱਚ ਕੀ ਹੋਊਗਾ। ਆਈ ਥਿੰਕ ਵਧਾਉਣਗੇ ਦੁਬਾਰਾ। ਮੇਰੇ ਗੈਸ ਵਧਾਓਗੇ ਇੱਕ ਦੋ ਹੋਰ ਵਾਰੀ ਵਧਾਉਣਾ ਉਹਨਾਂ ਨੇ ਕਰਕੇ। ਜਦੋਂ ਬੰਦੇ ਕਰ ਬਾਹਰ ਲੈਂਦੇ ਆ ਪੈਸੇ ਸਪੈਂਡ ਕਰਦੇ ਆ ਇਨਫਲੇਸ਼ਨ ਵੱਧਦਾ ਰਾਈਟ। ਸੋ ਕਿ ਇਨਫਲੇਸ਼ਨ ਨੂੰ ਕੰਟਰੋਲ ਨਹੀਂ ਕੀਤਾ ਆਪਣੇ ਗੈਸ ਬਿੱਲ ਬੱਤੀਆਂ ਸਾਰਾ ਕੁਝ ਆਲਸ ਮਹਿੰਗਾ ਹੋ ਜਾਣਾ। ਕਈ ਬੰਦੇ ਨੂੰ ਔਖਾ ਹੋਣਾ ਰਾਈਟ। ਜੇ ਪ੍ਰਾਈਵੇਟ ਲੋਨ ਤੇ ਬੈਠੇ ਆ ਰੀਨਿਊਅਲ ਆਉਂਦੇ ਆ ਤੇ ਉਹ ਹੋਪ ਕਰਦੇ ਵੀ ਗਵਰਨਮੈਂਟ ਹਟ ਜੂਗੀ ਵਧਾਉਣ ਨੂੰ ਬਟ ਲੌਂਗ ਟਰਮ ਇਨਫਲੇਸ਼ਨ ਥੱਲੇ ਕਰਨਾ ਪੈਣਾ। ਕਿਉਂਕਿ ਮੌਰਗੇਜ ਜਿਨ੍ਹਾਂ ਦੀ ਮੈਚੁਰ ਹੋਣ ਵਾਲੀ ਆ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਇਸ ਟਾਈਮ ਕਹਿ ਸਕਦੇ ਸਟ੍ਰੈਸਫੁਲ ਟਾਈਮ ਆ ਕਿਉਂਕਿ ਜਦ ਨੂੰ ਉਧਰੋਂ ਇੰਟਰਸਟ ਰੇਟ ਵੱਧ ਜਾਣੇ ਆ ਉਧਰੋਂ ਮੌਰਗੇਜ ਰੀਨਿਊਅਲ ਦਾ ਟਾਈਮ ਹੋਣਾ। ਬਟ ਜਿਹੜੇ ਲੋਕ ਹੁਣ ਹਜੇ ਮੌਰਗੇਜ ਜਿਨ੍ਹਾਂ ਨੇ ਘਰ ਲੈਣਾ ਉਹਨਾਂ ਵਾਸਤੇ ਵਧੀਆ ਓਪਰਚੁਨਿਟੀ ਇਹ ਆ ਕਿ ਜੇ ਫਿਊਚਰ ਦੇ ਵਿੱਚ ਆਪਾਂ ਨੂੰ ਲੱਗਦਾ ਵੀ ਇੱਕ ਦੋ ਵਾਰੀ ਹੋਰ ਵਧਾਉਣਗੇ ਉਹ ਆਪਦੇ ਮੌਰਗੇਜ ਬ੍ਰੋਕਰ ਨਾਲ ਗੱਲ ਕਰਕੇ ਉਹ ਆਪਦਾ ਅੱਜ ਦਾ ਇੰਟਰਸਟ ਰੇਟ ਹੋਲਡ ਕਰਵਾ ਸਕਦੇ ਆ ਐਟਲੀਸਟ ਫॉर 2 to 3 ਮੰਥਸ। ਜੇ 2-3 ਮਹੀਨਿਆਂ ਦੇ ਵਿੱਚ ਉਹਨਾਂ ਨੂੰ ਘਰ ਮਿਲਦਾ ਤਾਂ ਉਹ ਆਪਦਾ ਅੱਜ ਦਾ ਇੰਟਰਸਟ ਰੇਟ ਜਿਹੜਾ ਵੇਰੀਏਬਲ ਹੋਵੇ ਜਾਂ ਕੁਝ ਵੀ ਹੋਵੇ ਜਿਸ ਤਰ੍ਹਾਂ ਵੀ ਉਹ ਜਾਣਾ ਚਾਹੁੰਦੇ ਆ ਉਹ ਅੱਜ ਕਰ ਸਕਦੇ ਆ। ਹੁਣ ਜਿਹੜੇ ਮੇਰੇ ਟੈਨਸ ਦੇ ਆਫਰ ਐਕਸੈਪਟ ਹੋਈ ਵੀ ਆ ਉਹਨਾਂ ਦੀ ਪ੍ਰੀ ਅਪਰੂਵਲ ਕੱਲੀ ਆਈ ਥਿੰਕ ਵਾਸ ਅਗਸਤ 18 ਤੱਕ ਕਰਾ। ਸੋ ਕੰਪਲੀਸ਼ਨ ਡੇਟ ਹੈਵ ਟੂ ਉਹ ਟਾਈਮ ਦੇ ਵਿੱਚ ਕਰਨੀ ਪੈਣੀ। ਮਜਬੂਰ ਆ ਵੀ ਉਹ ਮੰਨਣਾ ਪੈਣਾ ਕਰਕੇ ਕਿ ਉਹਨਾਂ ਟਾਈਮ 'ਚ ਉਹਨੇ ਨਹੀਂ ਕੰਪਲੀਟ ਕੀਤਾ ਉਹਨੇ ਰੇਟ ਨੇ ਵੱਧ ਜਾਣਾ ਇੰਟਰਸਟ ਰੇਟ ਆਟੋਮੈਟਿਕਲੀ ਵੱਧ ਜਾਣਾ ਰਾਈਟ। ਸੋ ਆਪਣੇ ਮਾਰਕੀਟ ਡੇਟਾ ਸਾਰਾ ਕੁਝ ਫਰਕ ਪੈਂਦਾ ਵੀ ਬੈਂਕਾਂ ਤੇ ਰਾਈਟ। ਉਹ ਰੇਟ ਤੋਂ ਬਾਅਦ 'ਚ ਹੁਣ ਕੇ ਸੋਚੋ ਉਹ 3000 ਦਿੰਦੇ ਆ ਰਾਈਟ। ਇੰਟਰਸਟ ਰੇਟ ਵੱਧ ਕੇ ਲਾਈਕ 3500 ਹੋ ਸਕਦਾ ਬਟ ਇਹ ਵੀ ਨਹੀਂ ਗੱਲ ਨਿੱਕੀ ਪੇਮੈਂਟ ਦੀ ਅਪਰੂਵ ਨਹੀਂ ਹੋਣਾ ਮੇਨ ਪ੍ਰੋਬਲਮ ਇਹੀ ਆ ਅਪਰੂਵਲ ਨਹੀਂ ਹੋਣਾ। ਜਿਵੇਂ ਹੁਣ ਮੇਰੇ ਪਿੱਛੇ ਜੇ ਅਸੀਂ ਕਿਸੇ ਆਫਰ ਪਾਇਆ ਸੀਗਾ ਕਿਸੇ ਪ੍ਰਾਪਰਟੀ ਦੇ ਉੱਪਰ ਸੋ ਇੰਟਰਸਟ ਰੇਟ ਅਪ ਹੋਣ ਤੋਂ ਪਹਿਲਾਂ ਅਸੀਂ ਆਫਰ ਪਾਈ ਸੀ ਉਦੋਂ ਸਾਡੀ ਐਕਸੈਪਟ ਨਹੀਂ ਹੋਈ। ਸੋ ਵੀ ਵੁੱਡ ਕੰਟੀਨਿਊ ਕਾਊਂਟਰਿੰਗ ਬੈਕ ਐਂਡ ਫੋਰਥ ਤੇ ਉਹਦੇ ਵਿੱਚ ਕੀ ਹੋਇਆ ਜਦ ਨੂੰ ਆਫਰ ਐਕਸੈਪਟ ਹੋਣ ਲੱਗੀ ਇੰਟਰਸਟ ਰੇਟ ਵੱਧ ਗਿਆ ਤਾਂ ਉਹਨਾਂ ਦੀ ਬਾਇੰਗ ਪਾਵਰ ਘਟ ਗਈ ਤਾਂ ਆਫਰ ਸਾਡਾ ਜੇ ਸਾਨੂੰ ਪਤਾ ਸੀਗਾ ਵੀ ਅਪਰੂਵ ਨਹੀਂ ਹੋਣਾ ਬਿਕਾਜ਼ ਦੈਨ ਵੀ ਹੈਡ ਟੂ ਬੈਕ ਆਊਟ। ਇਟ ਇਜ਼ ਵਾਟ ਇਟ ਇਜ਼। ਤਾਂ ਫਾਈਨੈਂਸਿੰਗ ਕਲਾਜ਼ ਵਿੱਚ ਹੈਗੀ ਫਾਈਨੈਂਸਿੰਗ ਦਾ ਕਲਾਜ਼ ਇਹ ਬਹੁਤ ਇੰਪੋਰਟੈਂਟ ਹੈ ਸਪੈਸ਼ਲੀ ਜਦੋਂ ਆਪਾਂ ਨੂੰ ਅੱਜ ਦੀ ਮਾਰਕੀਟ ਦੇ ਵਿੱਚ ਪਤਾ ਨਹੀਂ ਕੀ ਹੋ ਜਾਣਾ। ਇੱਕ ਹਫ਼ਤੇ ਦੇ ਵਿੱਚ ਇੱਕ ਮਹੀਨੇ 'ਚ ਮਾਰਕੀਟ ਬਦਲ ਰਹੀ ਹੈ। ਪਹਿਲਾਂ ਕੀ ਸੀਗਾ ਪਿਛਲੇ ਸਾਲ ਜਦੋਂ ਆਪਾਂ ਸੀ ਇੱਕ ਮਾਰਕੀਟ ਬਿਜ਼ੀ ਸੀ ਆਪਾਂ ਨੂੰ ਪਤਾ ਸੀ ਸਾਰਾ ਕੁਝ ਇੱਦਾਂ ਚੱਲ ਰਿਹਾ ਸਬਜੈਕਟ ਫ੍ਰੀ। ਹੁਣ ਕੀ ਆ ਕੈਸ਼ ਆਫਰ ਅਨਕੰਡੀਸ਼ਨਲ ਆਫਰ ਸਬਜੈਕਟ ਫ੍ਰੀ ਜਿੱਦਾਂ ਮਰਜ਼ੀ ਤੁਸੀਂ ਕਹਿ ਲਓ। ਮੋਸਟਲੀ ਪ੍ਰਾਪਰਟੀਜ਼ ਦੇ ਵਿੱਚ ਆਈ ਥਿੰਕ 99% ਜਿਹੜੇ ਆਫਰ ਸੀਗੇ ਉਹ ਸਬਜੈਕਟ ਫ੍ਰੀ ਸੀਗੇ ਕਿਉਂਕਿ ਮਲਟੀਪਲ ਆਫਰ ਸੀ ਹਰ ਕੋਈ ਵਿਨ ਕਰਨਾ ਚਾਹੁੰਦਾ ਸੀ। ਹੁਣ ਕੀ ਆ ਹੁਣ ਹਰ ਇੱਕ ਨੂੰ ਸਟ੍ਰੈਸ ਆ ਇੰਟਰਸਟ ਰੇਟ ਦੀ ਕੋਈ ਪਤਾ ਨਹੀਂ ਕਿ ਫਾਈਨੈਂਸ ਮਿਲੂਗੀ। ਐਗਜ਼ੈਕਟਲੀ। ਸੋ ਸੇਫੈਸਟ ਵੇ ਇਹੀ ਆ ਕਿ ਆਪਦੇ ਜਿਹੜੇ ਫਾਈਨੈਂਸਿੰਗ ਦੇ ਕਲਾਜ਼ ਹੋ ਗਏ ਜਾਂ ਹੋਰ ਚੀਜ਼ਾਂ ਜਿਵੇਂ ਇਨਸਪੈਕਸ਼ਨ ਹੋ ਗਈ ਜਿਹੜੀਆਂ ਚੀਜ਼ਾਂ ਆਪਾਂ ਨੂੰ ਪਤਾ ਵੀ ਆਪਣੇ ਬਹੁਤ ਇੰਪੋਰਟੈਂਟ ਹੈਗੀਆਂ ਉਹ ਵਿੱਚ ਪਾਉਣੀਆਂ ਚਾਹੀਦੀਆਂ। ਬਿਲਕੁਲ ਰਾਈਟ। ਤੇ ਹੁਣ ਆਪਾਂ ਗੱਲ ਕਰਦੇ ਹਾਂ ਈਅਰ ਓਵਰ ਈਅਰ ਕਰਦੇ ਹਾਂ ਬਟ ਮੈਂ ਇਸ ਵਾਰ ਕਰੂੰਗਾ ਅਪ੍ਰੈਲ ਦੇ ਤੇ ਮਈ ਦਾ ਕਿਉਂਕਿ ਮਾਰਕੀਟ ਪਿਛਲੇ ਸਾਲ ਨਾਲੋਂ ਵੀ ਬਹੁਤ ਡਿਫਰੈਂਟ ਆ। ਸੋ ਆਈ ਥਿੰਕ ਅੱਜ ਆਪਾਂ ਗੱਲ ਕਰਾਂਗੇ ਪਿਛਲੇ ਮਹੀਨਾ ਵਰਸਿਸ ਆਹ ਵਾਲਾ ਮੰਥ ਅਪ੍ਰੈਲ ਵਰਸਿਸ ਮਈ। ਹੁਣ ਅਪ੍ਰੈਲ ਦੇ ਵਿੱਚ ਜੇ ਆਪਾਂ ਗੱਲ ਕਰੀਏ ਸਿੰਗਲ ਫੈਮਿਲੀ ਜਿਹੜਾ ਪ੍ਰਾਈਸ ਸੀਗਾ ਉਹ ਸੀਗਾ ਮਿਲੀਅਨ ਤੋਂ ਉੱਪਰ $1,083,000। ਹੁਣ ਉਹ ਅੱਜ ਇਹ ਮਈ ਦੇ ਮਹੀਨੇ ਦੇ ਵਿੱਚ ਹੋਇਆ 1.12। ਸੋ ਉਹਦੇ ਵਿੱਚ ਕਹਿ ਲਓ ਵੀ 2.7% ਅਪਰੋਕਸੀਮੇਟ ਇਨਕਰੀਜ਼ ਜਿਹੜੀ ਆ ਉਹਦੇ 'ਚ ਵਧੀ ਆ ਬਟ ਇਹ ਫਿਰ ਵੀ ਪਿਛਲੇ ਸਾਲ ਨਾਲੋਂ 2.3% ਡਾਊਨ ਆ ਹਜੇ ਵੀ ਰਾਈਟ। ਬਟ ਜੇ ਪਿਛਲੇ ਮਹੀਨੇ ਦਾ ਦੇਖੀਏ ਇਸ ਮਹੀਨੇ ਦਾ ਦੇਖੀਏ ਇੰਟਰਸਟ ਰੇਟ ਤਾਂ ਵਧਿਆ ਬਟ ਫਿਰ ਵੀ ਜਿਹੜਾ ਐਵਰੇਜ ਹੋਮ ਆਪਣਾ ਉਹਦੇ ਵਿੱਚ ਬਾਇਰ ਪਾਵਰ ਜ਼ਿਆਦਾ ਆ। ਸੋ ਹੁਣ ਕਿ ਆਪਾਂ ਮਿਲੀਅਨ ਦੇ ਨੇਰ ਦੇਖਦੇ ਆ ਮਿਲੀਅਨ ਤੋਂ ਥੱਲੇ ਦੇਖਦੇ ਆ ਮਿਲੀਅਨ ਥੱਲੇ ਬੰਦਾ 10% ਡਾਊਨ ਦੇ ਸਕਦਾ। ਬਹੁਤ ਲੋਕ ਟਰਾਈ ਕਰਦੇ ਉਹ ਚੀਜ਼ ਲੈਣ ਨੂੰ ਮਲਟੀਪਲ ਆਫਰ ਹਜੇ ਪੈ ਜਾਂਦੇ ਤੇ ਪ੍ਰਾਈਸ ਕਈ ਵਾਰੀ ਵੱਧ ਜਾਂਦੀ ਬਾਲੇ ਨਹੀਂ ਵੱਧਦੀ ਰਾਈਟ। 30 ਤੋਂ 50,000 ਮੇ ਬੀ ਇਨ ਅ ਵੈਰੀ ਗੁੱਡ ਹਾਊਸ অর ਸਮਥਿੰਗ ਟੂ ਰਾਈਟ। ਹਿਸਾਬ ਕਿਤਾਬ ਹੁਣ ਹੈਗਾ ਪਹਿਲਾਂ ਵਾਂਗੂ ਨਹੀਂਗਾ। ਉਸ ਕਰਕੇ ਆਪਣੇ ਸਸਤੀਆਂ ਪ੍ਰਾਪਰਟੀਆਂ ਦੇ ਪ੍ਰਾਈਸ ਵੱਧ ਗਈ ਕਿ ਆਪਾਂ ਲਗਜ਼ਰੀ ਹੋਮ ਦੇਖਦੇ ਆ ਰਾਈਟ। ਉਹ ਔਖੇ ਹੁਣ ਵਿਕਣੋਂ ਉਹਨਾਂ ਦੀਆਂ ਜਿਹੜੀ ਟਾਰਗੇਟ ਆਡੀਅנס ਆ ਉਹ ਬਹੁਤ ਘੱਟ ਆ ਕਿਉਂਕਿ ਬਹੁਤ ਘੱਟ ਲੋਕ ਨੇ ਜਿੱਦਾਂ ਮਾਰਕੀਟ ਦੇ ਵਿੱਚ ਜਿਹੜੇ
ਕਿ 1.5 ਤੱਕ ਜਿਹੜੇ ਜਾਣਗੇ, ਜਾਂ ਕੋਈ ਵੱਡਾ ਜਿਵੇਂ ਫਾਰਮ ਲੈ ਲਓ, ਕੋਈ ਬਹੁਤ ਜਿਵੇਂ ਪ੍ਰਾਈਸ ਵੱਧਦੀ ਜਾਂਦੀ ਉਵੇਂ ਜਿਹੜੇ ਨੰਬਰ ਆਫ ਬਾਇਰਸ ਉਸ ਚੀਜ਼ ਦੇ ਘਟਦੇ ਜਾਂਦੇ ਆ। ਤੇ ਹੁਣ ਤੁਸੀਂ ਸੋਚੋ ਵੀ ਫੈਮਿਲੀ ਦੇ ਵਿੱਚ 2 ਲੱਖ ਤੋਂ ਜ਼ਿਆਦਾ ਕੌਣ ਬਣਾਉਂਦਾ, ਰਾਈਟ? ਕਿ 15 ਲੱਖ ਦਾ ਕਰ ਲੈਣਾ, ਫੈਮਿਲੀ ਇਨਕਮ ਨੂੰ 2 ਲੱਖ ਤੋਂ ਜ਼ਿਆਦਾ ਹੋਣਾ ਪੈਣਾ। ਤੇ ਉਹ ਜੇ ਉਹੀ ਮੈਂ ਕਹਿ ਰਿਹਾ, ਜਿਵੇਂ ਕਿ ਬਾਇਰਸ ਉਹਨੇ ਘਟ ਗਏ, ਉਹਨਾਂ ਜਿਵੇਂ ਪਹਿਲਾਂ ਸੀਗਾ ਵੀ ਜਿਹੜਾ ਬੰਦਾ ਹੌਟ ਮਾਰਕੀਟ ਦੇ ਵਿੱਚ ਘਰ ਵੇਚ ਕੇ, ਜਿਹਨੇ ਆਪਦਾ ਕੋਈ 6-7 ਲੱਖ ਦਾ ਘਰ ਸੀ ਮਿਲੀਅਨ ਦਾ ਵੇਚਤਾ, ਤਾਂ ਉਹਦੇ ਕੋਲ ਐਕੁਇਟੀ ਹੋ ਗਈ, ਉਹਦੇ ਕੋਲ ਹੋਰ ਪੈਸੇ ਹੋ ਗਏ, ਤੇ ਉਹ ਅਪਗ੍ਰੇਡ ਕਰਦਾ ਸੀਗਾ। ਬਟ ਹੁਣ ਕਿਉਂਕਿ ਜੇ ਉਹਨਾਂ ਦੀ ਪਹਿਲਾਂ ਵਾਲੀ ਪ੍ਰਾਪਰਟੀ ਵਧੂਗੀ, ਵਿਕੂਗੀ, ਤਾਂ ਹੀ ਅਗਲੇ ਨੂੰ ਬਾਏ ਕਰਨਗੇ, ਰਾਈਟ? ਸੋ ਇਹਦਾ ਕਰਕੇ ਬਹੁਤ ਫਰਕ ਹੈ। ਜੇ ਹੁਣ ਆਪਾਂ ਗੱਲ ਕਰੀਏ ਅਪਾਰਟਮੈਂਟਸ ਦੀ, ਪਿਛਲੇ ਮਹੀਨੇ ਅਪਾਰਟਮੈਂਟ ਦਾ ਜਿਹੜਾ ਐਵਰੇਜ ਪ੍ਰਾਈਸ ਸੀਗਾ ਉਹ ਸੀਗਾ 4,90,000, ਰਾਈਟ? ਤੇ ਇਸ ਮੰਥ ਉਹ ਹੋ ਗਿਆ ਮਈ ਦੇ ਵਿੱਚ 5,24,000, ਆਲਮੋਸਟ 25,000, 5,25। ਸੋ ਉਹ ਕਹਿ ਲਈਏ ਵੀ ਪਿਛਲੇ ਮਹੀਨੇ ਨਾਲੋਂ 6.96% ਅਪ ਅਪਾਰਟਮੈਂਟਸ ਦਾ। ਕਿਉਂਕਿ ਇਹ ਕਿਉਂ ਹੋਇਆ? ਕਿਉਂਕਿ ਅਫੋਰਡੇਬਿਲਿਟੀ ਜਿਹੜੀ ਅਪਾਰਟਮੈਂਟਸ ਤੱਕ, ਕਿਉਂਕਿ 4.5 ਲੱਖ 5 ਲੱਖ ਤੱਕ ਹਰ ਇੱਕ ਬੰਦਾ ਮੋਸਟਲੀ ਅਫੋਰਡ ਕਰ ਲੈਂਦਾ, ਤੇ ਇਸ ਕਰਕੇ ਜਿਹੜੀਆਂ ਇਸ ਯੂਨਿਟਸ ਹੁੰਦੀਆਂ, ਅਪਾਰਟਮੈਂਟਸ ਹੋ ਗਈਆਂ, ਇਹ ਜ਼ਿਆਦਾ ਮਤਲਬ ਇਹਨਾਂ ਦੀਆਂ ਸੇਲਸ ਹੋਈਆਂ। ਤੇ ਪਰ ਪਿਛਲੇ ਈਅਰ ਨਾਲੋਂ ਵੀ ਮਈ 2022 ਦੇ ਨਾਲੋਂ 2023 ਦੇ ਵਿੱਚ ਆਪਾਂ ਜੇ ਉਹਨਾਂ ਨੂੰ ਦੋਨਾਂ ਨੂੰ ਕੰਪੇਅਰ ਕਰੀਏ ਈਅਰ ਓਵਰ ਈਅਰ, 1.2% ਹਜੇ ਵੀ ਅਪ ਗੱਲ ਕਰੀਏ ਅਪਾਰਟਮੈਂਟਸ ਦੀ ਸੇਲਸ ਦੇ ਵਿੱਚ। ਤੇ ਉਹਨਾਂ ਦੇ ਜਿਵੇਂ ਪਿਛਲੇ ਮਹੀਨੇ ਜਿਹੜਾ ਸੇਲ ਸੀਗਾ, ਐਵਰੇਜ ਪ੍ਰਾਈਸ ਸੀਗਾ, ਉਹ ਸੀ 4,90,000, ਰਾਈਟ, ਅਪਰੋਕਸੀਮੇਟਲੀ। ਤੇ ਐਸ ਮਈ ਦੇ ਮਹੀਨੇ ਦੇ ਵਿੱਚ ਸੀਗਾ ਉਹ ਹੁਣ ਹੈਗਾ ਸੀ 5,25,000। ਤਾਂ ਆਲਮੋਸਟ ਕਹਿ ਲਓ ਵੀ 6.9% ਜਿਹੜਾ ਉਹ ਇਨਕਰੀਜ਼ ਹੋਇਆ ਪਿਛਲੇ ਮਹੀਨੇ ਨਾਲੋਂ। ਪਿਛਲੇ ਸਾਲ ਨਾਲੋਂ 1.2। ਸੋ ਐਵਰੇਜ ਦੇਖੀਏ ਪਿਛਲੇ ਸਾਲ ਤੋਂ ਹੁਣ ਤੱਕ, ਮਤਲਬ ਵੀ ਅਪਾਰਟਮੈਂਟਸ ਦਾ ਜਿਹੜਾ ਆ ਉਹ ਪ੍ਰਾਈਸ ਅਪ ਹੋਇਆ, ਚਾਹੇ 1.1% ਹੀ ਹੋਇਆ ਲਾਸਟ ਈਅਰ ਨਾਲੋਂ। ਉਹਦਾ ਕਾਰਨ ਇਹ ਹੈ ਕਿ ਜਿਹੜੀ ਅਪਾਰਟਮੈਂਟਸ ਨੇ, ਇਹਦੇ ਲਈ ਆਡੀਅੰਸ ਬਹੁਤ ਜ਼ਿਆਦਾ, ਇਹਦੇ ਲਈ ਬਾਇਰਸ ਬਹੁਤ ਜ਼ਿਆਦਾ, ਹਰ ਕੋਈ ਬੰਦਾ ਅਫੋਰਡ ਕਰ ਸਕਦਾ। ਜੇ ਕੋਈ ਬੰਦਾ ਜਿਹਦੀ ਇੰਟਰਸਟਡ ਵਧਣ ਕਰਕੇ ਬਾਇੰਗ ਪਾਵਰ ਘਟ ਗਈ, ਉਹ ਸੋਚਦਾ ਵੀ ਮੈਂ ਇੱਕ ਵਾਰ ਸਟਾਰਟਰ ਹੋਮ ਲੈ ਲਾਂ, ਅਪਾਰਟਮੈਂਟਸ ਬਾਏ ਕਰ ਲਾਂ, ਰੈਦਰ ਦੈਨ ਪੇਇੰਗ ਰੈਂਟ ਪੇ ਕਰਨ ਵਾਲਾ, ਰਾਈਟ? ਮੈਂ ਆਪਦਾ ਘਰ ਭਾਵੇਂ ਛੋਟਾ, ਬਟ ਇਹ ਮੈਨੂੰ ਐਕੁਇਟੀ ਬਿਲਡ ਕਰਕੇ ਦਊਗਾ, ਤੇ ਇਹਦੇ ਚੋਂ ਵੱਧ ਕੇ ਟਾਊਨ ਹਾਊਸ ਚੱਲ ਜਾਊਗਾ। ਸਟੈਪ ਬਾਏ ਸਟੈਪ ਮੈਂ ਆਪਦਾ ਮੂਵ ਔਨ ਕਰ ਸਕਦਾ, ਰੈਦਰ ਦੈਨ ਉੱਥੇ ਸਟਕ ਹੋਣ ਨਾਲੋਂ। ਸੋ ਜਿਵੇਂ ਟਾਊਨ ਹਾਊਸ ਦੀ ਗੱਲ ਕਰੀਏ, ਤੇ ਟਾਊਨ ਹਾਊਸ ਅਪ੍ਰੈਲ ਦੇ ਵਿੱਚ 6,96,000, ਆਲਮੋਸਟ 7 ਲੱਖ ਦੇ ਕਰੀਬ ਉਹਦਾ ਪ੍ਰਾਈਸ ਸੀਗਾ ਐਵਰੇਜ। ਤੇ ਮਈ ਦੇ ਵਿੱਚ ਉਹ ਹੋਇਆ 7,05,000। ਸੋ ਉਹਦੇ ਵਿੱਚ ਵੀ 1.41% ਜਿਹੜਾ ਇਨਕਰੀਜ਼ ਹੋਈ ਆ ਪਿਛਲੇ ਅਪ੍ਰੈਲ ਵਰਸਸ ਮਈ ਨਾਲੋਂ। ਤੇ ਲਾਸਟ ਈਅਰ ਨਾਲੋਂ ਹਜੇ ਡ੍ਰੌਪ ਆ। ਲਾਸਟ ਈਅਰ ਦੇ ਵਿੱਚ ਟਾਊਨ ਹਾਊਸ ਕਿਉਂਕਿ ਪ੍ਰੀ ਸੇਲਾਂ ਬਹੁਤ ਹੋਈਆਂ ਸੀਗੀਆਂ, 8% ਹਜੇ ਵੀ ਪ੍ਰਾਈਸ ਉਹਦੀ ਪ੍ਰਾਈਸ ਰਿਡਕਸ਼ਨ ਬਹੁਤ ਚੱਲਦਾ। ਹਾਂ, ਪ੍ਰਾਈਸ ਰਿਡਕਸ਼ਨ ਚੱਲ ਰਿਹਾ ਕਿਉਂਕਿ ਪ੍ਰੀਸੇਲਸ ਦੇ ਪ੍ਰਾਈਸ ਲੋਅਰ ਕਰਦੇ ਆ, ਕਿਉਂਕਿ ਉਹਨਾਂ ਨੂੰ ਕਰਨੇ ਪਊਗੇ, ਕਿਉਂਕਿ ਕੰਪੀਟੀਸ਼ਨ ਵੱਧ ਗਿਆ। ਇਨਸੈਂਟਿਵਸ, ਰਾਈਟ? ਹੁਣ ਕਿ ਲੈਣੇ ਕੈਸ਼ਬੈਕ ਆਪਸ਼ਨ ਹੁੰਦੇ ਆ, ਅਪਗ੍ਰੇਡ ਪੈਕੇਜ ਥੋੜੇ ਸਸਤੇ ਕਰਦੇ ਆ, ਰਾਈਟ? ਲੋਟ ਆਫ ਇਨਸੈਂਟਿਵਸ ਨੂੰ ਦੇਣੇ ਪੈਣੇ ਕਿ ਪ੍ਰਾਈਸ ਉਹਨੇ ਟਰਾਈ, ਜਿਵੇਂ ਕਿ 4 ਬੰਦੇ ਨੇ ਲੈ ਲਈ ਪ੍ਰਾਈਸ ਤੇ, ਉਹ ਮੰਗਦੇ ਨਹੀਂ ਵੀ ਦੂਜੀ ਯੂਨਿਟ ਸਸਤੇ ਵੇਚੋ, ਫਿਰ ਦੂਜੇ ਬੰਦੇ ਨੂੰ ਔਖਾ ਹੋਊਗਾ, ਪ੍ਰੋਬਲਮ ਪੈ ਜਾਣੀ। ਹਾਂ, ਫਿਰ ਇੰਸਟੈਡ ਆਫ ਪ੍ਰਾਈਸ ਰਿਡਿਊਸ ਕਰਨ ਨੂੰ ਇਨਸੈਂਟਿਵ ਦਿੰਦੇ ਆ, ਰੀਅਲਟਰ ਬੋਨਸ ਨੂੰ, ਅਪਗ੍ਰੇਡ ਪੈਕੇਜ, ਰਾਈਟ? ਕੈਸ਼ਬੈਕ 20,000 ਕੈਸ਼ਬੈਕ or something। ਹੁਣ ਤੁਸੀਂ ਜ਼ਿਆਦਾ ਦੇਖੋਗੇ ਮਾਰਕੀਟ ਦੇ ਵਿੱਚ, ਕਿਉਂਕਿ ਕੰਪੀਟੀਸ਼ਨ ਹੋਊਗਾ ਉਹਨਾਂ ਦੇ ਵਿੱਚ ਵੀ। ਜੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਅੱਜ ਕੋਈ ਲੈ ਰਿਹਾ ਵਾ, ਤੇ ਅੱਜ ਉਹਨਾਂ ਨੇ ਇੱਕ ਪ੍ਰਾਈਸ ਲੈ ਲਿਆ, ਜੇ ਉਹ 2 ਮਹੀਨੇ ਬਾਅਦ ਕਿਸੇ ਹੋਰ ਨੂੰ ਸਸਤਾ ਦਊਗੇ, ਜਦੋਂ ਉਹਨਾਂ ਨੇ ਕੱਲ ਵੇਚਣਾ, ਉਹਨਾਂ 'ਚ ਪ੍ਰੋਬਲਮ ਹੋਣੀ, ਕਿਉਂਕਿ ਉਹ ਪ੍ਰਾਈਸ ਦੇ ਵਿੱਚ ਫਿਰ ਉਹ ਆ ਕਹਿਣਗੇ ਵੀ ਤੁਸੀਂ ਇੰਨੇ ਦਾ ਅਸੀਂ ਵੇਚਣਾ, ਫਿਰ ਉਹਨਾਂ 'ਚ ਆਪਸ ਕੰਪੀਟੀਸ਼ਨ, ਫਿਰ ਹੋ ਸਕਦਾ ਬਿਲਡਰ ਅਸਾਈਨਮੈਂਟ ਅਲਾਉ ਹੀ ਨਾ ਕਰੇ, ਰਾਈਟ? ਸੋ ਕਹੂਗਾ ਵੀ ਤੁਸੀਂ ਆਪਸ 'ਚ ਕੰਪੀਟੀਸ਼ਨ ਕਰਨਾ, ਸੋ ਇਟ ਡਜ਼ਨਟ ਲੁੱਕ ਨਾਈਸ, ਰਾਈਟ? ਤੇ ਆਪਣੇ ਪਿਛਲੇ ਟੌਪਿਕ ਤੇ ਵਿਆਜ ਆਪਣਾ ਵੱਧ ਗਿਆ, ਬਟ ਪ੍ਰਾਈਸਾਂ ਵੱਧਦੀਆਂ, ਇਹ ਕਰਕੇ ਆਪਣੀ ਸਪ੍ਰਿੰਗ ਮਾਰਕੀਟ ਆ, ਰਾਈਟ? ਸਪ੍ਰਿੰਗ ਮਾਰਕੀਟ ਦੇ ਵਿੰਟਰ ਦੇ ਸਾਰੇ ਬੰਦੇ ਡੀਕਦੇ ਆ, ਰਾਈਟ? ਬੰਦੇ ਨੂੰ ਕਰ ਲੈਣੇ ਆ। ਕਈ ਬੰਦੇ ਫਰਸਟ ਟਾਈਮ ਹੋਮ ਬਾਇਰ ਕਿ ਹੁਣੇ ਕੀ ਕਹਿੰਦੇ ਸਵਿਚ ਕਰਦੇ ਆ, ਟਾਊਨ ਹਾਊਸ ਤੋਂ ਘਰ ਦੇ ਵਿੱਚ ਜਾਂਦੇ ਆ, ਮਜਬੂਰੀ ਨਾਲ ਕਰ ਲੈਣਾ ਪੈਣਾ, ਕੋਈ ਰਹਿਣ ਦਾ ਥਾਂ ਚਾਹੀਦਾ, ਉਹਨੇ ਲੈਣਾ। ਮੇਰੇ ਮੋਸਟਲੀ ਜਿਹੜੇ ਕਲਾਇੰਟਾਂ ਨਾਲ ਮੈਂ ਅੱਜ ਡੇਲੀ ਬੇਸਿਸ ਤੇ ਵਰਕਆਊਟ ਕਰ ਰਿਹਾ, ਉਹ ਸਾਰੇ ਮੋਸਟ ਆਫ them ਆਰ ਫਰਸਟ ਟਾਈਮ ਹੋਮ ਬਾਇਰਸ। ਤੇ ਉਹਨਾਂ ਨੂੰ ਮਤਲਬ ਉਹ ਐਕਟਿਵਲੀ ਬਾਏ ਉਹ ਲੱਭ ਰਹੇ ਹਾਂ ਅਸੀਂ, ਲਾਈਕ ਸਾਨੂੰ ਕੋਈ ਪ੍ਰੋਪਰਟੀ ਸੂਟੇਬਲ ਕਦੇ ਮਿਲ ਜਾਂਦੀ ਆ, ਕਦੇ ਨਹੀਂ ਵੀ ਹੁੰਦਾ, ਕਦੇ ਮਲਟੀਪਲਸ ਚੱਲ ਜਾਂਦੀ ਆ, ਕਦੇ ਸਾਨੂੰ ਪ੍ਰੋਪਰਟੀ ਆਪਾਂ ਨੂੰ ਪਸੰਦ ਨਹੀਂ ਇੱਕ ਹੀ ਚੀਜ਼ਾਂ, ਬਟ ਉਹਨਾਂ ਲਈ ਆਪਸ਼ਨਸ ਹੈਗੀਆਂ ਅਜੇ ਵੀ, ਕਿਉਂਕਿ ਉਹਨਾਂ ਦੀ ਜਿਹੜੀ ਅਫੋਰਡੇਬਿਲਿਟੀ ਕਹਿ ਲਓ, ਜਾਂ ਉਹਨਾਂ ਦੀ ਪ੍ਰਾਈਸ ਟਾਰਗੇਟ ਕਹਿ ਲਓ, ਮਿਲੀਅਨ ਤੋਂ ਥੱਲੇ ਆ, ਉਹਦੇ ਵਿੱਚ ਹਜੇ ਵੀ ਆਪਾਂ ਨੂੰ ਲਿਸਟਿੰਗਸ ਨਾਈਸ ਮਿਲ ਜਾਂਦੀਆਂ। ਮੇਰੇ ਵੀ ਬਾਇਰ ਬੇਸ ਸੇਮ ਆ, ਸੇਮ ਮਿਲੀਅਨ ਤੋਂ ਥੱਲੇ ਵਧੀਆ ਵਿਕਦੇ, ਕਿਉਂਕਿ ਆਪਾਂ ਨੂੰ ਪਤਾ ਉਹਨਾਂ ਦੀ ਫਿਊਚਰ ਵੈਲਿਊ ਹੈਗੀ ਆ। ਜੇ ਫਿਊਚਰ ਵੈਲਿਊ 2 ਤੋਂ 3 ਲੱਖ ਵੱਧ ਜਾਣਾ 4 ਸਾਲ, ਉਹ ਵਧਣਾ, ਕਿਉਂਕਿ ਜਿਹਨੇ ਅੱਜ ਲੈਣਾ ਘਰ ਐਜ਼ ਅ ਫਸਟ ਟਾਈਮ ਹੋਮ, ਘੱਟੋ ਘੱਟ 3-4 ਸਾਲ 5 ਸਾਲ ਤੋਂ ਉਹਨੇ ਰੱਖਣਾ, ਰਾਈਟ? ਤੇ ਉਦੋਂ ਨੂੰ ਇੰਟਰਸਟ ਰੇਟ ਵੀ ਠੀਕ ਹੋ ਜਾਣਗੇ, ਪ੍ਰਾਈਸਾਂ ਵੀ ਠੀਕ ਹੋ ਜਾਣੀਆਂ। ਜੇ ਅੱਜ ਆਪਦਾ ਇੰਟਰਸਟ ਰੇਟ ਕਹਿ ਲਓ, ਜਿਵੇਂ ਆਪਾਂ ਪਿਛਲੇ ਮਹੀਨੇ ਵੀ ਗੱਲ ਕੀਤੀ ਸੀਗੀ, ਜੇ ਇੰਟਰਸਟ ਰੇਟ ਆਪਾਂ ਨੂੰ ਵਧੀਆ ਮਿਲ ਰਿਹਾ, ਤਾਂ ਉਹਨੂੰ 3 ਸਾਲ ਦੀ ਜੇ ਲੌਕ ਹੁੰਦਾ, ਟਰਮ ਜਿਹੜੀ 3 ਸਾਲ ਨਹੀਂ ਹੁੰਦੀਆਂ, ਦੈਟਸ ਦ ਬੈਸਟ। ਇਹ ਇੰਟਰਸਟ ਰੇਟ ਨੇ ਇੱਕਦਮ ਥੱਲੇ ਜਾਣਾ ਹੈ,
ਰਾਈਟ ਸੋ ਇਵਨ ਕਿ ਨੈਕਸਟ ਈਅਰ ਥੋੜਾ ਥੱਲੇ ਕਰਨ ਲੱਗ ਗਏ ਇੱਕਦਮ ਨਹੀਂ 4 ਤੇ ਜਾਣਾ ਸਮਥਿੰਗ ਨੋ ਹੌਲੀ ਹੌਲੀ ਜਾਊਗਾ ਸੋ 10 ਸਾਲ ਦੀ ਟਰਮ ਇਜ਼ ਨਾਟ ਅ ਬੈਡ ਆਈਡੀਆ ਮੈਨੂੰ ਲੱਗਦਾ ਜਿਹੜਾ ਆਪਾਂ ਨੂੰ ਸਸਪੈਂਸ ਹੁੰਦਾ ਐਵਰੀ ਟਾਈਮ ਜਦੋਂ ਉਹਨਾਂ ਦੀ ਨਿਊਜ਼ ਆਉਂਦੀ ਹੈ ਇਹ ਕੰਟੀਨਿਊ ਹੋਊਗਾ ਸਾਲ ਡੇਢ ਸਾਲ ਰਾਈਟ ਕਿਉਂਕਿ ਆਪਾਂ ਨੂੰ ਹਰ ਟਾਈਮ ਆਪਾਂ ਐ ਨਹੀਂ ਕਹਿ ਸਕਦੇ ਵੀ ਪੂਰਾ 100% ਸ਼ੋਰਟੀ ਦੇ ਨਾਲ ਵੀ ਹਾਂ ਨੈਕਸਟ ਟਾਈਮ ਹੁਣ ਘਟੂਗਾ ਇਨਫਲੇਸ਼ਨ ਤੇ ਡਿਪੈਂਡ ਆ ਜੇ ਇਨਫਲੇਸ਼ਨ ਥੱਲੇ ਆਊਗੀ ਤਾਂ ਇੰਟਰਸਟ ਰੇਟ ਘਟੂਗੀ ਬਿਲਕੁਲ ਰਾਈਟ ਸੋ ਇਹ ਤਾਂ ਨਾਲ ਪੈਰਲਲ ਹੀ ਚੱਲਣਾ ਜਿੱਧਰ ਨੂੰ ਗਿਆ ਰਾਈਟ ਸੋ ਆਪਾਂ ਹੋਰ ਕੀ ਚੀਜ਼ਾਂ ਮਾਰਕੀਟ ਦੇ ਵਿੱਚ ਦੇਖਦੇ ਆ ਕੀ ਵਿਕਦਾ ਕੀ ਨਹੀਂ ਵਿਕਦਾ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਹੁਣ ਜਿਹੜੀ ਚੀਜ਼ ਵੀ ਅੱਜ ਦੀ ਮਾਰਕੀਟ ਦੇ ਵਿੱਚ ਤੁਹਾਨੂੰ ਸਭ ਤੋਂ ਜ਼ਿਆਦਾ ਸੈਲਰਸ ਪਰਸਪੈਕਟਿਵ ਤੋਂ ਮੈਨੂੰ ਲੱਗਦਾ ਵੀ ਤੁਹਾਨੂੰ ਲਿਸਟਿੰਗ ਕਰਨ ਤੋਂ ਪਹਿਲਾਂ ਆਪਦੀ ਸਾਰੀ ਜਿਹੜੀ ਡਿਊ ਡਿਲੀਜੈਂਸ ਕਰੋ ਵੀ ਮਾਰਕੀਟ ਦੇ ਵਿੱਚ ਤੁਹਾਡੇ ਵਰਗੀ ਸਿਮਿਲਰ ਪ੍ਰਾਪਰਟੀ ਦਾ ਕਿੰਨੀਆਂ ਪ੍ਰਾਪਰਟੀਆਂ ਆ ਕਿੰਨਾ ਟਾਈਮ ਉਹਨਾਂ ਨੂੰ ਡੇਜ਼ ਆਫ ਮਾਰਕੀਟ ਹੋ ਗਏ ਉਹ ਵਿਕੀਆਂ ਨਹੀਂ ਕਿਉਂ ਨਹੀਂ ਵਿਕ ਰਹੀਆਂ ਕੀ ਪ੍ਰੋਬਲਮ ਸਾਡੇ ਹੋ ਸਕਦਾ ਪ੍ਰਾਈਸ ਅਪ ਹੋਵੇ ਪ੍ਰਾਈਸ ਜ਼ਿਆਦਾ ਕਰਕੇ ਵੀ ਪ੍ਰਾਈਸ ਜ਼ਿਆਦਾ ਕਰਕੇ ਪ੍ਰੋਬਲਮ ਆਉਣੀ ਆ ਸੋ ਦੇਖੋ ਕਿ ਪਿਛਲੇ ਰੈਦਰ ਦੈਨ ਲੁਕਿੰਗ ਐਟ ਪਿਛਲੇ 6 ਮਹੀਨੇ ਵਿੱਚ ਕਿੰਨੇ ਦੀਆਂ ਵਿਕੀਆਂ ਕਿਉਂਕਿ ਮਾਰਕੀਟ ਚੇਂਜ ਹੋ ਜਾਂਦੀ ਹੈ ਐਵਰੀ ਮੰਥ ਸੋ ਅੱਜ ਦੀ ਮਾਰਕੀਟ ਦੇ ਵਿੱਚ ਦੇਖੋ ਕਿ ਤੁਹਾਡੀ ਪ੍ਰਾਪਰਟੀ ਵਰਗੀ ਪ੍ਰਾਪਰਟੀ ਜਿਹੜੀ ਸੀਗੀ ਕਿੰਨੇ ਦੀ ਵਿਕੀ ਆ ਕਿੰਨੇ ਨੂੰ ਦਿਨ ਲੱਗੇ ਕਿੰਨੀਆਂ ਹੋਰ ਪ੍ਰਾਪਰਟੀਆਂ ਜਿਹੜੀਆਂ ਮਾਰਕੀਟ ਦੇ ਵਿੱਚ ਐਕਟਿਵ ਨੇ ਹੁਣ ਕਿਉਂਕਿ ਉਹਨਾਂ ਦੇ ਬੇਸ ਤੇ ਤੁਸੀਂ ਕਿਉਂਕਿ ਜਦੋਂ ਤੁਸੀਂ ਲਿਸਟ ਕਰਦਾ ਤੁਸੀਂ ਉਹਨਾਂ ਲੋਕਾਂ ਨਾਲ ਜਿਹੜੇ ਆਲਰੇਡੀ ਮਾਰਕੀਟ 'ਚ ਹੈਗੇ ਪ੍ਰਾਪਰਟੀਆਂ ਉਹਨਾਂ ਨਾਲ ਤੁਸੀਂ ਬੇਸਿਕਲੀ ਕੰਪੀਟੀਸ਼ਨ ਕਰਨਾ ਕਿ ਲੋਕ ਸਾਡੀ ਪ੍ਰਾਪਰਟੀ ਬਾਏ ਕਰਨ ਉਹਨਾਂ ਦੀ ਨਾ ਕਰਨ ਜੇ ਸਿਮਿਲਰ ਹੈ ਉਹਦੇ ਲਈ ਤੁਹਾਨੂੰ ਕੀ ਕਰਨਾ ਪਊਗਾ ਪ੍ਰਾਈਸ ਵੈਲ ਕਰਨਾ ਪਊਗਾ ਆਪਣਾ ਬਿਗੇਸਟ ਇੰਡੀਕੇਟਰ ਕਿਸੇ ਦੀ ਪ੍ਰਾਈਸ ਪ੍ਰਾਪਰਟੀ ਵਾਲੇ ਪ੍ਰਾਈਸ ਤੇ ਆ ਕਿਸੇ ਦੀ ਸ਼ੋਇੰਗ ਨਹੀਂ ਹੁੰਦੇ there's a reason ਕਿਸੇ ਦਾ ਕਰੇ ਉਹਨਾਂ ਨੇ 2 ਹਫ਼ਤੇ ਹੋ ਗਏ ਕੋਈ ਸ਼ੋਇੰਗ ਨਹੀਂ ਹੋਈ your price too high right ਪ੍ਰਾਈਸ ਰੀਐਡਜਸਟਮੈਂਟ ਕਰਨੀ ਪੈਣੀ ਆ ਰਾਈਟ 5 ਤੋਂ 10% ਥੱਲੇ ਕਰਨਾ ਪੈਣਾ ਉਹ ਅਟਰੈਕਸ਼ਨ ਲੈਣ ਨੂੰ ਕਿ ਇਹ ਮਾਰਕੀਟ ਡਾਊਨ ਮਾਰਕੀਟ ਵਿੱਚ ਤੁਸੀਂ ਬਾਲੇ ਹੌਲੀ ਹੌਲੀ ਪ੍ਰਾਈਸ ਰਿਡਕਸ਼ਨ ਕਰਦੇ ਆ ਤੁਹਾਡੀ ਪ੍ਰਾਈਸ ਲੰਘਦੀ ਆ ਐਵਰੀ ਟਾਈਮ ਵਿਆਜ ਵੱਧਦਾ ਤੇ ਪ੍ਰਾਪਰਟੀ ਪ੍ਰਾਈਸ ਥੱਲੇ ਜਾਂਦੀ ਆ ਸੋ ਕਿ ਤੁਸੀਂ ਉੱਤੇ ਪ੍ਰਾਈਸ ਤੇ ਰੱਖਣਾ ਕਈ ਬੰਦੇ ਸੋਚਦੇ ਵੀ ਕੋਈ ਨਾ ਲਾ ਦੇ ਉੱਤੇ ਪ੍ਰਾਈਸ ਤੇ ਪਰ ਤੈਨੂੰ ਫਿਰ ਉਹਨੇ ਥੋੜੇ ਪੈਸੇ ਮਿਲਦੇ ਪਹਿਲਾਂ ਤੈਨੂੰ 5 ਲੱਖ ਮਿਲਣਾ ਸੀਗਾ 2 ਮਹੀਨੇ ਬਾਅਦ ਮੇਰੇ 4 ਲੱਖ ਦਾ ਮਿਲਿਆ ਕਿਉਂਕਿ ਇਹ ਧਿਆਨ ਨਾਲ ਸੋਚਣਾ ਪੈਂਦਾ ਕਿਉਂਕਿ ਜੇ ਦੇਖੋ ਗ੍ਰਾਫ ਜਿਹੜਾ ਆ ਜੇ ਇੰਟਰਸਟ ਰੇਟ ਤਾਂ ਉੱਪਰ ਨੂੰ ਜਾ ਰਿਹਾ ਰਾਈਟ ਤੇ ਵਾਈਸ ਵਰਸਾ ਉਹ ਥੱਲੇ ਆਉਣਾ ਜਿੱਦਣ ਇੰਟਰਸਟ ਰੇਟ ਥੱਲੇ ਗਏ ਆਪਾਂ ਨੂੰ ਪਤਾ ਕਿ 2021 ਚ ਕੀ ਹੋਇਆ ਸੀ ਇੰਟਰਸਟ ਰੇਟ ਥੱਲੇ ਗਏ ਪ੍ਰਾਪਰਟੀਆਂ ਕੈਸ਼ ਆਫਰਸ ਰਾਈਟ ਉਦਾਂ ਹੋਣ ਲੱਗ ਗਿਆ ਬਟ ਹਾਂ ਪ੍ਰਾਈਸ ਪੁਆਇੰਟ ਜਿਹੜਾ ਕਿਉਂਕਿ ਉਹ ਵੀ ਪਹਿਲੇ 2 ਵੀਕ 1 ਵੀਕ ਟੂ 2 ਵੀਕਸ ਉਹ ਤੁਹਾਡਾ ਪ੍ਰਾਈਮ ਟਾਈਮ ਆ ਜਦੋਂ ਤੁਸੀਂ ਪ੍ਰਾਪਰਟੀ ਲਿਸਟ ਕੀਤੀ ਕਿ ਇਹਨਾਂ 2 ਹਫ਼ਤਿਆਂ ਦੇ ਵਿੱਚ ਅਗਰ ਪ੍ਰਾਪਰਟੀ ਦੇ ਵਿੱਚ ਤੁਹਾਡਾ ਕੋਈ ਸ਼ੋਇੰਗਸ ਨਹੀਂ ਹੋ ਰਹੀਆਂ ਦੈਟ ਮੀਨਸ ਦੇयर ਇਜ਼ ਅ ਪ੍ਰੋਬਲਮ ਚਾਹੇ ਤੁਹਾਡਾ ਪ੍ਰਾਈਸ ਅਪ ਹੋਵੇ ਜਾਂ ਪ੍ਰਾਪਰਟੀ 'ਚ ਕੋਈ ਪ੍ਰੋਬਲਮ ਹੋਵੇ ਜਾਂ ਕਈ ਕੁਝ ਵੀ ਹੋ ਸਕਦਾ ਸੋ ਆਪਦਾ ਸੋਚ ਸਮਝ ਕੇ ਦੇਖ ਕੇ ਆਪਦੀ ਡਿਊ ਡਿਲੀਜੈਂਸ ਕਰਕੇ ਇਨਫੋਰਮੇਸ਼ਨ ਕਲੈਕਟ ਕਰਕੇ ਫਿਰ ਹੀ ਪ੍ਰਾਪਰਟੀ ਦਾ ਪ੍ਰਾਈਸ ਕਰਕੇ ਫਿਰ ਲਾਉਣੀ ਚਾਹੀਦੀ ਆ ਮੈਂ ਇੱਕ ਹੋਰ ਇੰਪੋਰਟੈਂਟ ਇਨਫੋਰਮੇਸ਼ਨ ਮੈਂ ਦੇਖਿਆ ਆਪਣੇ ਬਹੁਤ ਪ੍ਰੀ ਕੰਸਟਰਕਸ਼ਨ ਹੁੰਦੀ ਆ ਤੇ ਹੁਣ ਆਪਣੇ ਕੰਡੋ ਦੀ ਇਨਵੈਂਟਰੀ ਜ਼ਿਆਦਾ ਹੋ ਗਈ ਰਾਈਟ ਸੋ ਅਪਾਰਟਮੈਂਟ ਦੀ ਪ੍ਰਾਈਸ ਆ ਪਹਿਲਾਂ ਟੌਪ 3 ਕੈਂਡੀਡੇਟ ਸੀਗੇ ਆਈ ਥਿੰਕ ਵਾਸ ਲਾਈਕ 1800 ਰੈਂਟ ਹੁੰਦਾ ਸੀਗਾ ਹੁਣ ਮਤਲਬ 1500 ਤੇ ਆ ਗਿਆ ਆਪਣਾ ਸੋ ਆਪਾਂ ਨੰਬਰ 13 ਤੇ ਚਲੇ ਗਏ ਰਾਈਟ ਬਟ ਜਿਹੜੇ ਆਪਣੇ ਕੰਡੋ ਲੋਕ ਆ ਉਹ ਬੇਸਮੈਂਟ ਵਾਲੇ ਲੋਕ ਨਹੀਂ ਘਰ ਵਾਲੇ ਲੋਕ ਨਹੀਂ ਐਂਡ ਵਾਈਸ ਵਰਸਾ ਡਿਫਰੈਂਟ ਜਿਹਨੇ ਬੇਸਮੈਂਟ 'ਚ ਰਹਿਣਾ ਉਹਨੇ ਕੰਡੋ 'ਚ ਰਹਿਣਾ ਉਹ ਗਾਰਡਨ ਮੰਗਦੇ ਹੋਰ ਚੀਜ਼ ਮੰਗਦੇ ਆ ਸੋ ਆਪਣੇ ਬੇਸਮੈਂਟ ਦਾ ਰੈਂਟ ਹਜੇ ਵੀ ਹਾਈ ਹੈਗਾ ਤੇ ਉਹ ਮਿਲਦੀ ਨਹੀਂ ਚੀਜ਼ 1 ਬੈਡਰੂਮ ਤਾਂ ਭੁੱਲ ਜਾਓ ਇਟਸ ਹਾਰਡ ਟੂ ਫਾਈਂਡ 1 ਬੈਡਰੂਮ ਐਨੀਵੇਅਰ ਰਾਈਟ 2 ਕਮਰੇ ਕੇ ਲੈਣੇ ਆ ਆਪਣੇ ਰਾਤ ਦੇ ਵਿੱਚ 1800 ਹੋ ਸਕਦੇ ਐਂਡ ਦੈਨ ਆਪਣੇ ਡਾਊਨਟਾਊਨ ਵਾਲੇ ਯੂ ਨੋ 2500 ਅਰਾਊਂਡ 2500 ਹੈਗਾ ਹੀ ਇੱਥੇ ਔਰ ਕਿਉਂਕਿ ਜਿਹੜੀ ਨਵੀਂ ਕੰਸਟਰਕਸ਼ਨ ਹੁੰਦੀ ਪਈ ਆ ਜਾਂ ਮੰਨ ਲਓ ਕਿਤੇ ਵੀ ਔਰ ਉਹਦੇ ਵਿੱਚ ਜ਼ਿਆਦਾਤਰ ਜਿਹੜੀਆਂ ਕੰਸਟਰਕਸ਼ਨ ਆਪਣੀਆਂ ਜਿਹੜੀ ਬਿਲਡਿੰਗਸ ਆ ਰਹੀਆਂ ਜਾਂ ਕੋਈ ਵੀ ਡਿਵੈਲਪਮੈਂਟਸ ਆ ਰਹੀਆਂ ਉਹ ਰੈਂਟਲ ਨੇ ਸੋ ਉਹਦੇ 'ਚ ਆਪਾਂ ਨੂੰ ਇਫੈਕਟ ਪੈਣਾ ਹੀ ਪੈਣਾ ਰੈਂਟਲ ਮਾਰਕੀਟ ਨੂੰ ਤੇ ਰੈਂਟਲ ਵਾਸਤੇ ਉਹ ਸਹੀ ਵੀ ਆ ਕਿਉਂਕਿ ਉਹਨਾਂ ਨੂੰ ਪਹਿਲਾਂ ਰੈਂਟ ਤੇ ਕੋਈ ਜਗ੍ਹਾ ਮਿਲਦੀ ਨਹੀਂ ਸੀ ਹਾਈ ਰੈਂਟ ਪੇ ਕਰਨਾ ਪੈਂਦਾ ਸੀ ਉਹਨਾਂ ਕੋਲ ਆਪਸ਼ਨਸ ਹੋਣਗੀਆਂ ਸੋ ਮਾਰਕੀਟ ਜਿਹੜੀ ਹੈ ਸਾਰਿਆਂ ਲਈ ਮਤਲਬ ਇੱਕ ਹਿਸਾਬ ਨਾਲ ਸਹੀ ਚੱਲਣੀ ਆ ਸਿਟੀ ਮੰਗਦੀ ਆ ਵੀ ਸਹੀ ਪ੍ਰਾਈਸ ਤੇ ਰੈਂਟ ਦਿਓ ਬਾਲਾ ਜ਼ਿਆਦਾ ਨਾ ਰੈਂਟ ਦਿਓ ਸੋ ਤੈਨੂੰ 2-3 ਸਟੋਰੀ ਹੋਰ ਦੇ ਦੂਗੀ ਕਿ ਤੁਸੀਂ ਮਾਰਕੀਟ ਰੈਂਟ ਤੋਂ ਥੱਲੇ 200 ਕਰੋਗੇ ਥੱਲੇ ਕਰੋਗੇ ਤਾਂ ਉਹਨਾਂ ਤੋਂ ਤੁਸੀਂ ਵੱਧ ਬਣਾ ਸਕਦੇ ਆ ਸੋ ਦੇ ਆਰ ਵਿਲਿੰਗ ਟੂ ਵਰਕ ਵਿਦ ਇਨਸੈਂਟਿਵ ਇਹੀ ਦੇਣੇ ਉਹਨਾਂ ਨੇ ਕਿਉਂਕਿ ਉਹਨਾਂ ਦਾ ਟਾਰਗੇਟ ਹੈ ਕਿ ਵੱਧ ਤੋਂ ਵੱਧ ਹਾਊਸਿੰਗ ਜਿਹੜੀ ਆ ਉਹ ਪ੍ਰੋਡਿਊਸ ਹੋਵੇ ਵੱਧ ਤੋਂ ਵੱਧ ਹਾਊਸਿੰਗ ਜਿਹੜੀ ਪ੍ਰੋਵਾਈਡਡ ਹੋਵੇ ਲੋਕਾਂ ਨੂੰ ਤਾਂ ਕਿ ਉਹਨਾਂ ਨੂੰ ਪ੍ਰੋਬਲਮ ਨਾ ਆਵੇ ਰੈਂਟ ਕਰਨ ਦੇ ਵਿੱਚ ਸੈਲ ਕਰਨ ਦੇ ਵਿੱਚ ਬਾਏ ਕਰਨ ਦੇ ਵਿੱਚ ਇਹੀ ਟਾਰਗੇਟ ਓਵਰਆਲ ਆਈ ਥਿੰਕ ਹਾਊਸਿੰਗ ਡਿਪਾਰਟਮੈਂਟ ਦਾ ਆ ਆਪਣੇ ਕੰਟਰੀ ਦਾ ਕਿ ਜ਼ਿਆਦਾ ਤੋਂ ਜ਼ਿਆਦਾ ਘਰ ਜਿਹੜੇ ਉਹ ਬਣਨ ਤਾਂ ਕਿ ਲੋਕ ਓਵਰ ਪ੍ਰਾਈਸ ਨਾ ਕਰਨ ਤਾਂ ਕਿ ਸਾਰਾ ਕੁਝ ਹੈਲਦੀ ਮਾਰਕੀਟ ਰਹੇ ਸਾਰਾ ਕੁਝ ਗੁੱਡ ਰਹੇ ਬਟ ਹੁਣ ਦੇਖਦੇ ਹਾਂ ਕੀ ਬਣਦਾ ਅਗਲੇ ਮਹੀਨੇ ਹੁਣ ਜੁਲਾਈ ਦੇ ਵਿੱਚ 12 ਤਰੀਕ ਨੂੰ ਅਪਡੇਟ ਆਉਣੀ ਆ ਬੈਂਕ ਆਫ ਕੈਨੇਡਾ ਦੀ ਬਟ ਲੈਟਸ ਸੀ ਕੀ ਹੁੰਦਾ ਹੁਣ ਜੁਲਾਈ ਅਗਸਤ ਮੈਨੂੰ ਲੱਗਦਾ ਹਜੇ ਵੀ ਆਪਣੀ ਮਾਰਕੀਟ ਵਧੇ ਚੱਲੂਗੀ ਰਾਈਟ ਸੈਪਟੈਂਬਰ ਤੋਂ ਬਾਅਦ ਚ ਆਪਾਂ ਦੇਖਦੇ ਹਾਂ ਵਿੰਟਰ ਰੋਜ਼ ਆਪਣੇ ਸਲੋ ਹੁੰਦੇ ਆ ਪਰ ਆਪਣੇ ਸੈਪਟੈਂਬਰ ਤੋਂ ਅਕਤੂਬਰ ਨਵੰਬਰ ਤੱਕ ਆਪਾਂ ਦੇਖਦੇ ਕੀ ਫਰਕ ਪਿਆ ਵਿਆਜ ਵਧਣ ਤੋਂ ਰਾਈਟ ਉਹ ਕਨਾਗਨ ਵਧੀਆ ਇਨਵੈਸਟਮੈਂਟ ਹੁੰਦੀ ਆ ਲੋਕ ਸਾਰੇ ਮੂਵ ਕਰਦੇ ਆ ਇੱਥੇ ਆਪਣੇ ਸਵੀਜ਼ ਆਲ ਓਵਰ ਦੇਖਦੇ ਆ ਬੰਦੇ ਨਿਕਲਦੇ ਨੇਗੇ ਇਨਵੈਂਟਰੀ ਹੈ ਨਹੀਂਗੀ
ਰਾਈਟ ਪੈਂਟੈਕਟਨ ਦਾ ਬਾਲਾ ਫਰਕ ਪਿਆ ਨਹੀਂ ਪ੍ਰਾਈਸ ਸਾਨੂੰ ਰਾਈਟ ਡਿਵੈਲਪਮੈਂਟ ਦੇ ਵਿੱਚ ਚੱਲਦੀ ਆ ਸੋ ਉਹ ਕਨੋਗਨ ਰੈਜ਼ਿਲੀਐਂਟ ਹੋਣਾ ਕਈ ਮਾਰਕੀਟ ਕ੍ਰੈਸ਼ ਹੋ ਗਏ ਰਾਈਟ ਅਮਰੀਕਾ ਰੈਸੈਸ਼ਨ ਦੇ ਵਿੱਚ 100% ਜਾਊਗਾ ਤੇ ਆਪ ਨੂੰ ਫਰਕ ਪੈਣਾ ਬਟ ਆਈ ਡੋਨਟ ਥਿੰਕ ਅੱਧੇ ਪ੍ਰਾਈਸ ਹੋ ਜੂਗੀਆਂ ਫੋਰਕਲੋਜ਼ਰ ਐਵਰੀਵੇਅਰ ਸਾਰੇ ਕਿਤੇ ਇੰਨੀ ਵੱਡੀ ਪ੍ਰੋਬਲਮ ਨਹੀਂ ਹੋਣੀ ਔਰ ਕੇਸ ਇੱਧਰ ਉੱਧਰ ਹੋ ਗਏ ਆਈ ਥਿੰਕ ਹਾਰਡ ਟਾਈਮ ਜਿਹੜਾ ਲੋਕਾਂ ਦਾ ਸੀਗਾ ਜਿਵੇਂ 2021 ਤੋਂ ਬਾਅਦ ਆਪਾਂ ਦੇਖਿਆ ਪਿਛਲੇ ਸਾਲ ਜਦੋਂ ਇੱਕੋ ਦਮ ਆਪਾਂ ਨੂੰ ਪਤਾ ਸੀ ਐਵਰੀ ਮੰਥ ਜਿਹੜਾ ਆ ਉਹ ਸੌਰੀ ਐਵਰੀ ਮੰਥ or 2 ਜਦੋਂ ਅਨਾਉਂਸਮੈਂਟ ਆਉਂਦੀ ਸੀ ਤੇ ਉਹ ਇੰਟਰਸਟ ਰੇਟ ਵਧਾਈ ਜਾਂਦੇ ਸੀ ਮੈਨੂੰ ਲੱਗਦਾ ਉਹ ਟਾਈਮ ਜ਼ਿਆਦਾ ਸਟ੍ਰੈਸਫੁਲ ਸੀ ਅੱਜ ਨਾਲੋਂ ਤਾਂ ਉਹ ਆਪਾਂ ਗੋ ਥਰੂ ਕਰ ਲਿਆ ਹਾਂ ਹੁਣ ਆਪਾਂ ਨੂੰ ਪਤਾ ਆ ਵੀ ਜੇ ਵੱਧ ਤੋਂ ਵੱਧ ਹੋਊਗੀ ਵੀ ਤਾਂ ਥੋੜੀ ਬਹੁਤ ਵਧੂਗੀ ਕਿਉਂਕਿ ਇਨਫਲੇਸ਼ਨ ਹਾਫ ਰਹਿ ਗਈ ਉਦੋਂ ਨਾਲੋਂ ਹਜੇ ਵੀ ਹਾਈ ਆ ਬਟ ਹਾਫ ਰਹਿ ਗਈ ਹਜੇ ਵੀ ਡਬਲ ਆ ਜਿੰਨੀ ਉਹਨਾਂ ਦੀ ਟਾਰਗੇਟ 2% ਆ ਆਪਾਂ 4% ਤੇ ਆ ਦੈਟ ਮੀਨਸ ਆਪਾਂ ਨੂੰ ਜੇ 8 ਤੋਂ 4 ਤੱਕ ਆਉਣ ਨੂੰ ਸਾਲ ਲੱਗ ਗਿਆ ਤਾਂ ਵੀ ਕੈਨ ਐਕਸਪੈਕਟ ਵੀ ਜੇ ਇਸੇ ਤਰ੍ਹਾਂ ਚੱਲਦੇ ਰਹੇ ਥੱਲੇ ਆਉਂਦੇ ਡਿਕਲਾਈਨ ਹੋਈ ਤਾਂ ਆਪਾਂ ਅਗਲੇ ਸਾਲ 2024 ਦੇ ਵਿੱਚ ਸਮਰ ਦੇ ਅਰਾਊਂਡ ਆਪਾਂ 2% ਤੇ ਆ ਸਕਦੇ ਹਾਂ ਚਾਂਸ ਹੈਗਾ ਜੇ ਇਸੇ ਤਰ੍ਹਾਂ ਚੱਲਦੇ ਰਹੇ ਜੇ ਇਹ ਨਾ ਹੋਇਆ ਫਿਰ ਇਟਸ ਗੋਣਾ ਬੀ ਆਪੋਜ਼ਿਟ ਬਟ ਹੁਣ ਇਹ ਵੀ ਗੱਲ ਹੈਗੀ ਸੇਮ ਵਿਦ weight loss ਪਹਿਲੇ % ਸੌਖੇ ਪਹਿਲੇ 2-3 ਪਾਉਂਡ ਲੂਜ਼ ਕਰਨਾ ਸੌਖੇ ਹਾਂ ਰਾਈਟ ਬਾਅਦ ਚੌਖਾ ਪੈ ਜਾਣਾ ਇਹ ਨਿੱਕੇ ਨੰਬਰ ਜ਼ਿਆਦਾ ਟਾਈਮ ਲੱਗਣਾ ਜ਼ਿਆਦਾ ਕੰਮ ਚਾਹੀਦਾ ਐਂਡ ਸਾਰਿਆਂ ਨੂੰ ਇਕੱਠਾ ਕੰਮ ਕਰਕੇ ਇਧਰ ਕੋਆਪਰੇਟ ਹੋਣਾ ਪੈਣਾ ਬਿਲਕੁਲ ਪਹਿਲਾਂ ਤਾਂ ਸੌਖਾ ਇਹਨੇ ਵਿਆਜ ਵਧਾ ਦਾ 4% ਡਿੱਗ ਗਿਆ ਇਹ ਪਿਛਲਾ 2% ਔਖਾ ਲੰਘੂਗਾ ਹੁਣ ਮੈਨੂੰ ਲੱਗਦਾ ਜਿੱਦਾਂ ਆਪਾਂ ਮੌਰਗੇਜ ਬ੍ਰੋਕਰਸ ਦੇ ਨਾਲ ਆਪਾਂ ਡੀਲ ਕਰਦੇ ਆਪਾਂ ਉਹਨਾਂ ਤੋਂ ਵੀ ਸੁਣਦੇ ਕਿ ਮੋਸਟਲੀ ਜਿਹੜੇ ਬਾਇਰ ਆ ਹੁਣ ਜਿਵੇਂ ਪਹਿਲਾਂ ਚੱਲਦਾ ਸੀ ਵੇਰੀਏਬਲ ਹਰ ਇੱਕ ਵੇਰੀਏਬਲ ਰੇਟ ਲੈ ਰਿਹਾ ਸੀ ਹੁਣ ਫਿਕਸ ਰੇਟ ਲੈ ਰਿਹਾ ਤਾਂ ਫਿਕਸ ਰੇਟ ਹਜੇ ਵੀ ਚਲੋ ਆਪਾਂ ਕਹਿ ਲਈਏ ਵੀ ਮਤਲਬ ਹੁਣ ਲਾਸਟ ਪਹਿਲਾਂ ਨਾਲ ਹਾਂ ਫਿਕਸ ਤੇ ਪ੍ਰੂਵ ਕਿਉਂਕਿ ਫਿਕਸ ਤੇ ਪਤਾ ਵੀ ਅਗਲੇ 2-3 ਸਾਲ ਤੱਕ ਇੱਧਰ ਉੱਧਰ ਵੀ ਹੋਵੇ ਬਟ ਉਹ ਆਪਦਾ ਪ੍ਰੂਵ ਕਰ ਸਕਦੇ ਕਿ ਜੇ ਉਹਨਾਂ ਦੀ ਬਾਇੰਗ ਪਾਵਰ ਹੀ ਓਨੀ ਆ ਉਧਰੋਂ ਆਪਾਂ ਵੇਰੀਏਬਲ ਰੇਟ ਲੈ ਲਈਏ ਉਹ ਫਿਰ ਵੱਧ ਜੇ ਕੱਲ ਨੂੰ ਫਿਰ ਪਤਾ ਹੀ ਆ ਫਿਰ ਫੋਰਕਲੋਜ਼ਰ ਹੋਣ ਦੇ ਚਾਂਸ ਪੂਰੇ ਕਿਉਂਕਿ ਕੰਮ ਵੀ ਅੱਗੇ ਨਾਲੋਂ ਜਿੱਦਾਂ ਆਪਾਂ ਦੇਖੀਏ ਆਪਾਂ ਓਕਨਾ ਕਹਿੰਦੇ BC ਦੇ ਵਿੱਚ ਠੀਕ ਆ ਬਟ ਮੈਂ ਰੀਸੈਂਟਲੀ ontario ਦੇ ਵਿੱਚ ਗਿਆ ਸੀਗਾ ਉੱਥੇ ਕੰਮ ਦਾ ਬਹੁਤ ਫਰਕ ਪੈ ਗਿਆ ਉੱਥੇ ਕੰਮ ਬਹੁਤ ਸਲੋ ਹੋ ਗਿਆ ਟਰੱਕਾਂ ਦੇ ਕੰਮ ਬਹੁਤ ਸਲੋ ਹੋ ਗਏ ਮੇਰੇ ਕਈ ਫਰੈਂਡ ਆ ਉਹਨਾਂ ਦੀਆਂ ਟਰੱਕਿੰਗ ਕੰਪਨੀਆਂ ਨੇ ਉਹ ਪਹਿਲਾਂ ਨਾਲੋਂ ਮਤਲਬ ਆਲਮੋਸਟ ਕਹਿ ਲਓ ਵੀ 30-40% ਕੰਮ ਦਾ ਜਿਹੜਾ ਫਰਕ ਉਹ ਪੈ ਚੁੱਕਿਆ ਉਹਦੇ ਕਰਕੇ ਉਹਨਾਂ ਦੀ ਮਾਰਕੀਟ ਵੀ ਸਲੋ ਹੋਈ ਹੈ ਰਿਸੈਸ਼ਨ ਉੱਥੇ ਸ਼ੁਰੂ ਹੁੰਦੀ ਹੈ ਉੱਥੇ ਸ਼ੁਰੂ ਹੋਣਾ ਉਹ ਪਤਾ ਲੱਗਦਾ ਹਾਂ ਟਰੱਕਿੰਗ ਤੋਂ ਕਿਉਂਕਿ ਉਹਨਾਂ ਦਾ ਮੋਸਟਲੀ ਕੰਮ US ਦੇ ਨਾਲ ਤੇ US ਦੇ ਵਿੱਚ ਰਿਸੈਸ਼ਨ ਆ ਤੇ ਫਿਰ ਇਹਨਾਂ ਨੂੰ ਵੀ ਇਫੈਕਟ ਪੈਣਾ ਤੇ ਇਹਨਾਂ ਨੂੰ ਇਫੈਕਟ ਪੈਣਾ ਫਿਰ ਆਲ ਓਵਰ ਕੈਨੇਡਾ ਦੇ ਵਿੱਚ ਆਪਾਂ ਨੂੰ ਫੀਲ ਹੋਣਾ ਹੀ ਹੋਣਾ ਸੋ ਆਈ ਥਿੰਕ ਇਟਸ ਅ ਟਫ ਸਿਚੁਏਸ਼ਨ ਪਰ ਜਿਵੇਂ ਹੁਣ 2008 ਦੇ ਵਿੱਚ ਦੇਖੋ ਉਦੋਂ ਰਿਸੈਸ਼ਨ ਆਇਆ ਸੀਗਾ ਰਿਸੈਸ਼ਨ ਆਉਣਾ ਪਰ ਉਹ ਇਕਨੋਮੀ ਨੂੰ ਇੱਕ ਹਿਸਾਬ ਨਾਲ ਰੀਸੈਟ ਕਰਦਾ and I see a mild recession ਹੁਣ ਆਪਣੇ ਕੰਟਰੋਲ ਜ਼ਿਆਦਾ ਹੈਗੇ ਆ ਰਾਈਟ ਰੈਸਟ੍ਰਿਕਸ਼ਨ ਪਲੇਸ ਵਿੱਚ ਹੈਗੇ ਆ more global economy ਆ ਰਾਈਟ ਆਪਣੇ ਕੈਨੇਡਾ ਦੇ ਬੈਂਕ very safe ਆ so recession ਪੈਣਾ but I don't think all the moment jobs are high there's too many jobs right ਇੱਥੇ ਜੌਬਾਂ ਬਹੁਤ ਹੈਗੀਆਂ right so ਇਨਕਮ ਆਊਗੀ not the highest paying jobs right but at least ਰੋਟੀ ਜੋਗੇ ਹੈਗੇ ਹਾਂ ਵੀ ਲੋਕੀ ਆਪਦਾ ਕੰਮ ਕਰਕੇ ਆਪਦਾ ਸਾਰ ਸਕਦੇ ਆ ਬਟ ਮਤਲਬ ਬਾਲਾ ਜਿਵੇਂ ਉਦੋਂ ਸਟ੍ਰੈਸ ਸੀਗੇ ਉਸ ਤਰੀਕੇ ਨਾਲ ਕਹਿੰਦੇ ਮਾਈਲਡ ਰਿਸੈਸ਼ਨ ਆਊਗਾ ਹੋ ਸਕਦਾ ਆਪਾਂ ਰਿਸੈਸ਼ਨ ਦੇ ਵਿੱਚ ਹੀ ਹੋਈ ਹੈ ਰਾਈਟ ਨਾਓ ਵੀ ਡੋਨਟ ਫੀਲ ਇਟ ਹੁਣ ਬਾਰਮ ਦਾ ਮਾਰਕੀਟ ਪਹਿਲਾਂ ਲੰਘੀ ਸੀ ਕਿਸੇ ਨੂੰ ਪਤਾ ਨਹੀਂ ਸੀ ਰਾਈਟ ਉਦੋਂ ਆਪਣਾ 2022 ਦੇ ਵਿੱਚ ਅੱਛੇ ਸੈਪਟੈਂਬਰ ਤੋਂ ਜਨਵਰੀ ਵਾਸ ਦ ਬਾਟਮ ਆਫ ਦ ਮਾਰਕੀਟ ਤੇ ਉਦੋਂ ਸਾਰੇ ਡੀਕਦੇ ਸੀਗੇ ਬਾਟਮ ਨੂੰ ਤੇ ਤੁਹਾਨੂੰ ਪਤਾ ਨਹੀਂ ਲੱਗਦਾ ਤੁਸੀਂ ਬਾਟਮ ਦੇ ਵਿੱਚ ਆ ਬਾਟਮ ਲਾਈਨ ਜਦੋਂ ਮਿਸ ਕਰਤੀ ਜਦੋਂ ਗ੍ਰਾਫ ਤਾਂ ਨੂੰ ਹਿੱਲਣਾ ਉਦੋਂ ਪਤਾ ਲੱਗਣਾ ਬਾਟਮ ਦੈਟ ਵਾਸ ਦ ਬਾਟਮ ਲਾਈਨ ਕਿਉਂਕਿ ਜਦੋਂ ਤੁਸੀਂ ਬਾਟਮ ਲਾਈਨ ਤੇ ਹੁੰਦੇ ਉਦੋਂ ਨਹੀਂ ਉਦੋਂ ਟਾਈਮ ਸੀਗਾ ਆਪਣੇ ਕੋਲ ਨੈਗੋਸ਼ੀਏਸ਼ਨ ਕਰਨ ਦਾ ਜੇ ਮੰਨ ਲਓ ਉਹ ਘਰ ਜਿਵੇਂ ਅਸੀਂ ਮੇਰੇ ਕਿਸੇ ਕਲਾਇੰਟ ਨੇ ਲਿਸਟਿੰਗ ਪ੍ਰਾਈਸ ਤੋਂ ਮਤਲਬ ਕਹਿ ਲਓ ਘਰ ਪਹਿਲਾਂ ਮਿਲੀਅਨ ਤੇ ਲੱਗਿਆ ਸੀ ਮਿਲੀਅਨ ਕੁਛ ਦਾ ਫਿਰ 9.5 ਤੇ ਲੱਗਿਆ ਅਸੀਂ 8 ਤੋਂ ਵੀ ਥੱਲੇ ਲੈ ਲਿਆ ਬਟ ਉਹ ਘਰ ਅੱਜ ਵੀ ਉਹਨਾਂ ਨੂੰ ਜੇ ਉਹਨਾਂ ਨੇ ਵੇਚਣਾ ਹੋਵੇ ਤਾਂ ਉਹਨਾਂ ਨੂੰ ਪ੍ਰੋਫਿਟ ਆ ਜੇ ਪ੍ਰੋਬਲਮ ਉਦੋਂ ਲਿਆ ਸੀ ਉਹ ਡੀਲ ਲੱਭਿਆ ਹਾਂ ਆਈ ਹੈਵਨ ਸੀਨ ਚੰਗੇ ਘਰ ਵਧੀਆ ਪ੍ਰਾਈਸ ਤੇ ਤਾਂ ਮੋਰ ਓਵਰ ਮੇਨ ਫੈਕਟਰ ਕੀ ਸੀ ਉਹਦੇ ਤੇ ਵੀ ਕਿ ਤੁਸੀਂ ਆਫਰ ਪਾਇਆ ਉਹ ਤੇ ਕੋਈ ਹੋਰ ਬਾਇਰ ਨਹੀਂ ਸੀਗਾ ਤੁਹਾਡੇ ਕੋਲ ਟਾਈਮ ਸੀ ਨੈਗੋਸ਼ੀਏਟ ਕਰਨ ਦਾ ਤੁਸੀਂ ਕੰਪਲੀਸ਼ਨ ਆਪਦੀ ਮਰਜ਼ੀ ਨਾਲ ਕਰ ਸਕਦੇ ਆ ਤੁਸੀਂ ਪ੍ਰਾਈਸ ਆਪਦੀ ਮਰਜ਼ੀ ਨਾਲ ਕਰ ਸਕਦੇ ਆ ਤੇ ਹੋਰ ਵੀ ਕਈ ਚੀਜ਼ਾਂ ਸੀ ਜਿਹੜੀਆਂ ਤੁਸੀਂ ਆਪਣੀ ਮਰਜ਼ੀ ਨਾਲ ਕਰ ਸਕਦੇ ਬਟ ਹੁਣ ਦੇਖਣ ਵਾਲਾ ਹੋਊਗਾ ਵੀ ਮਾਰਕੀਟ ਦੇ ਵਿੱਚ ਅਗਲੇ ਮਹੀਨੇ ਤੋਂ ਬਾਅਦ ਕਿਵੇਂ ਪਰ ਸਮਰ ਦੇ ਵਿੱਚ ਮੈਨੂੰ ਲੱਗਦਾ ਮਾਰਕੀਟ ਆਪਣੀ ਸਟੇਬਲ ਰਹੂਗੀ ਆਪਾਂ ਨੂੰ ਇਫੈਕਟ ਜੇ ਪਿਆ ਇੰਟਰਸਟ ਰੇਟ ਕਰਕੇ ਉਹ ਆਈ ਥਿੰਕ ਸਤੰਬਰ ਅਕਤੂਬਰ ਦੇ ਵਿੱਚ ਵੈਸੇ ਹੀ ਆਪਣੀ ਮਾਰਕੀਟ ਓਕਰਨਗਲ ਵਿੱਚ ਥੋੜੀ ਸਲੋ ਹੋ ਜਾਂਦੀ ਹੈ ਸਮਰ ਦੇ ਵਿੱਚ ਬਿਜ਼ੀ ਹੁੰਦੀ ਹੈ ਬਟ ਜਿਵੇਂ ਫਸਟ ਟਾਈਮ ਹੋਮ ਬਾਇਰ ਆ ਜਿਹੜੇ ਉਹਨਾਂ ਨੇ ਘਰ ਜਿਹਨੇ ਲੈਣਾ ਉਹਨੇ ਲੈਣਾ ਹੀ ਲੈਣਾ ਰਾਈਟ ਆਪਦੀ ਫੈਮਿਲੀ ਵਾਸਤੇ ਜਿਹਨੇ ਆਪਦਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ 4 ਤੋਂ 5 ਸਾਲ ਦੇ ਵਿੱਚ ਜਿਹੜੀ ਉਹਨਾਂ ਨੇ ਰੱਖਣਾ ਵਾ ਉਹ ਉਹਨਾਂ ਨੂੰ ਪ੍ਰੋਫਿਟ ਦੇਣਾ ਉਹਨਾਂ ਰਾਈਟ ਸੋ ਜੇ ਮੇਰੀ ਐਡਵਾਈਸ ਆ ਸਾਰੇ ਬਾਇਰਾਂ ਨੂੰ ਕਿ ਤੁਸੀਂ ਕਰ ਲੈਣਾ ਰਾਈਟ ਬੰਦੇ ਤੁਹਾਨੂੰ ਡਰਾਓਗੇ ਵੀ ਆਏ ਹੋਣਾ ਇਹ ਹੋਣਾ ਰਾਈਟ ਪ੍ਰਾਈਸ ਥੱਲੇ ਡਿੱਗੂਗੀਆਂ ਮਾਰਕੀਟ 'ਚ ਰਹੋ ਅਪਡੇਟਾਂ ਲਿਆਓ ਪ੍ਰਾਪਰਟੀਆਂ ਦੇਖੋ ਫੇਰ ਹੀ ਤੁਹਾਨੂੰ ਪਤਾ ਲੱਗਦਾ ਜਦੋਂ ਆਪਰਚੁਨਿਟੀ ਆਈ ਆ ਬਾਕੀ ਤੁਸੀਂ ਪੂਰੇ ਮਾਰਕੀਟ 'ਚੋਂ ਨਿਕਲ ਗਏ ਕਰਕੇ ਡਰਦੇ ਕੀ ਹੋਣਾ ਤੁਸੀਂ ਦੇਖਦੇ ਵੀ ਨਹੀਂ ਗਏ ਪ੍ਰਾਪਰਟੀਆਂ ਵੀ ਨਹੀਂ ਦੇਖਦੇ ਲਿਸਟ ਨਹੀਂ ਦੇਖਦੇ
ਇਨਫੋਰਮੇਸ਼ਨ ਤੇਰੇ ਕੋਲ ਹੈ ਨਹੀਂਗਾ, ਤੂੰ Yeah. ਡਿਸੀਜਨ ਨਹੀਂ ਬਣਾ ਸਕਦਾ। ਔਰ ਹਜੇ ਲੈਣਾ ਨਹੀਂ ਚਾਹੀਦਾ, ਬਿਲਕੁਲ ਬਟ ਦੇਖ ਲਓ, ਦੇਖੋ ਪ੍ਰਾਪਰਟੀਆਂ ਦੇਖੋ, ਗੱਲਬਾਤ ਕਰੋ, ਫਿਰ ਤੁਹਾਨੂੰ ਪਤਾ ਲੱਗੂਗਾ। ਜਦੋਂ ਆਪਰਚੁਨਿਟੀ ਆਈ ਆ ਫੇਰ ਹੀ ਬੰਦਾ ਤਿਆਰ ਹੁੰਦਾ, ਕਿਉਂਕਿ ਉਹਨੇ ਦੇਖਿਆ ਕੀ ਹੁੰਦਾ। ਹਾਂ ਬਾਕੀ ਤੁਸੀਂ ਕਹਿੰਦੇ ਮੈਨੂੰ ਗੁੱਡ ਡੀਲ ਲੱਭ ਲਾ, ਕਿਆ ਕਰ ਡੀਕਣਾ ਤੇ ਨਾਲ ਕਰ ਦੇਖਣੇ, ਨਾਲ ਈਮੇਲਾਂ ਦੇਖਣੀਆਂ, ਹਾਂ ਯੂ ਕੈਨ ਮੇਕ ਅ ਇਨਫੋਰਮਡ ਡਿਸੀਜਨ। ਨੋ ਬਿਕਾਜ਼ ਉਹਦੇ ਵਿੱਚ ਦੇਖੋ ਤੁਸੀਂ ਘਰ ਤੁਸੀਂ ਅੱਜ ਦੇਖ ਰਹੇ ਹੋ, ਤੁਹਾਨੂੰ ਘਰ ਪਸੰਦ ਆ ਗਿਆ, ਜੇ ਤੁਸੀਂ ਉਹ ਘਰ ਨਹੀਂ ਵੀ ਲੈਣਾ, ਆਪਦੇ ਰੀਅਲਟਰ ਨੂੰ ਜਾਂ ਕਿਸੇ ਨੂੰ ਵੀ ਪੁੱਛੋ ਭਈ ਉਹ ਕਿੰਨੇ ਦਾ ਵਿਕਿਆ। ਯਾ 100% ਰਾਈਟ, ਤੁਹਾਨੂੰ ਪਤਾ ਲੱਗ ਜਾਊਗਾ ਵੀ ਉਹ ਕਿਆ ਘਰ ਜੇ 10 ਮਿਲੀਅਨ ਦਾ ਲੱਗਿਆ ਉਹ 9.5 ਦਾ ਵਿਕਿਆ, ਜੇ ਆਹ ਘਰ ਸਾਨੂੰ ਪਸੰਦ ਸੀ ਉਹ 8 ਲੱਖ ਦਾ ਲੱਗਿਆ ਸੀਗਾ ਉਹ 7.5 ਤੁਹਾਨੂੰ ਪਤਾ ਵੀ ਆਸਕਿੰਗ ਪ੍ਰਾਈਸ ਤੋਂ 50,000 ਥੱਲੇ ਵਿਕ ਰਿਹਾ ਘਰ। ਮਾਰਕੀਟ ਇਦਾਂ ਤੁਹਾਨੂੰ ਨੌਲੇਜ ਹੋਊਗੀ, ਰਾਦਰ ਦੈਨ ਰਿਲਾਈਂਗ ਔਨ ਸਮਵਨ ਵੀ ਜਦੋਂ ਤੁਸੀਂ ਬਾਏ ਕਰਨਾ ਉਹਦੇ ਹਿਸਾਬ ਨਾਲ ਮਾਰਕੀਟ ਚੇਂਜ ਹੋ ਸਕਦੀ ਹੈ। ਬਟ ਤੁਹਾਡੇ ਮਨ ਦੇ ਵਿੱਚ ਜੇ ਅੱਜ ਤੁਸੀਂ ਲੈਣਾ 6 ਮਹੀਨੇ ਨੂੰ ਮਾਰਕੀਟ ਡਿਫਰੈਂਟ ਹੋ ਜੂਗੀ, ਤਾਂ ਉਹ ਸੇਮ ਫੈਕਟਸ ਜਿਹੜੇ ਆ ਸੇਮ ਸਿਚੁਏਸ਼ਨ ਰਹਿਣੀ ਨਹੀਂ। ਮਾਰਕੀਟ ਦੇ ਨਾਲ ਨਾਲ ਜੇ ਤੁਹਾਨੂੰ ਪਤਾ ਹੀ ਆ ਤੁਸੀਂ ਅਗਲੇ ਥੋੜੇ ਟਾਈਮ ਦੇ ਵਿੱਚ ਘਰ ਬਾਏ ਕਰਨਾ, ਸੋ ਸਾਡੀ ਐਡਵਾਈਸ ਇਹੀ ਹੈ ਕਿ ਤੁਸੀਂ ਮਾਰਕੀਟ ਦੇ ਵਿੱਚ ਜਿਹੜਾ ਆ ਅਪਡੇਟ ਰਹੋ ਤੇ ਆਪਦੇ ਰੀਅਲਟਰ ਨੂੰ ਕਾਲ ਕਰੋ, ਜਾਂ ਸਾਨੂੰ ਜੇ ਤੁਹਾਡੇ ਕੋਲ ਰੀਅਲਟਰ ਨਹੀਂ ਹੈਗਾ ਸਾਨੂੰ ਕਾਲ ਕਰ ਲਓ, ਅਸੀਂ ਤੁਹਾਨੂੰ ਦੱਸ ਦਾਂਗੇ ਮਾਰਕੀਟ ਅਪਡੇਟ ਲਈ ਫੋਲੋ ਕਰ ਸਕਦੇ ਹਾਂ। ਬਿਲਕੁਲ, ਹੈਪੀ ਟੂ ਹੈਵ ਯੂ ਅਗੇਨ ਗੁਰਜੀਤ। ਥੈਂਕਸ I ਬ੍ਰਦਰ। look forward next time having you on the Yeah, for podcast. sure. Yeah. ਕੋਈ ਵੀ question ਹੈਗੇ, feel free to call any one of us. Yeah. Thank you guys. Have a great Take day. care.